ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 43ਵਾਂ ਹੈ ਪਸ਼ਚਾਤਾਪ ਜ਼ਮੀਂਦਾਰਾਂ ਦਾ। ਮੀਂਹ ਪੈ ਹਟਿਆ ਪਰ ਬੱਦਲਵਾਈ ਕਣੀ ਕਣਾ 2-1 ਦਿਨ ਹੁੰਦਾ ਰਿਹਾ। ਸਾਰਾ ਮਾਂਝਾ ਮੀਂਹ ਦੇ ਵਸਣ ਨਾਲ ਮਾਨੋ ਵਸ ਪਿਆ। ਸਾਹਿਬ ਖਾਨ ਰਜਾਦੇ ਦੇ ਬਨ ਵਿੱਚ ਹੀ ਬੈਠੇ ਸਨ। ਠੰਡੀ ਠੰਡੀ ਰਿਵੀ ਰੁਮਕ ਰਹੀ ਸੀ। ਬੱਦਲ ਬਣੇ ਹੋਏ ਸਨ। ਕਣੀ ਕਣਾ ਨਹੀਂ ਸੀ ਕਿ ਆ ਗਏ ਖਡੂਰ ਦੇ ਜ਼ਮੀਂਦਾਰ। ਗਲ ਵਿੱਚ ਪੱਲਾ ਪਾ ਕੇ ਮੱਥਾ ਟੇਕਿਓ ਨੇ। ਫਿਰ ਇੱਕ ਵਟਕੇ ਨੇ ਬੇਨਤੀ ਕੀਤੀ, ਗੁਰੂ ਦਾਤਾ ਜੀ, ਸਾਥੋਂ ਆਪ ਦੀ ਭਾਰੀ ਬੇਅਦਬੀ ਹੋਈ ਹੈ। ਸਾਡੀ ਭੁੱਲ ਬਖਸ਼ੋ ਤੇ ਫਿਰ ਚਲੋ ਆਪਣੇ ਘਰਾਂ ਨੂੰ ਤੇ ਭਾਗ ਲਾਓ। ਅਸਾਂ ਆਪ ਦੀ ਸਾਰ ਨਾ ਪਛਾਣੀ ਮੂਰਖਾਂ ਨੇ। ਬਖਸ਼ ਲਓ, ਛੱਡੋ ਇਸ ਬਨ ਨੂੰ ਦਾਤਾ ਜੀ ਹੁਣ। ਸ਼ਰਨ ਭਰੇ ਹਮ ਰਾਹਕ ਸਾਰੇ, ਛਿਮੋ ਗੁਰੂ ਤੁਮ ਮਹਿਦ ਉਦਾਰੇ। ਗੁਰੂ ਜੀ, ਆਓ ਭਾਈ, ਭਲਾ ਹੋਇਆ ਆਏ। ਪਰ ਅਸੀਂ ਤਾਂ ਇਸ ਬਨ ਵਿੱਚ ਸੁਖੀ ਬੈਠੇ ਹਾਂ। ਵਸੋਂ ਉਜਾੜ ਇੱਕੋ ਜਿਹੀ ਜਿੱਥੇ ਹੋਵੇ ਸਾਈਂ ਚਿਤ, ਤੁਸੀਂ ਸੁਖੀ ਵਸੋ। ਹਾਨ ਲਾਭ ਹਮਰੇ ਕਿਛ ਨਾਹੀ, ਮੰਗਲ ਹੈ ਇਸ ਜੰਗਲ ਮਾਹੀ। ਪੈਂਚ, ਅਸਾਂ ਮੂਰਖਾਂ ਨੇ ਭੱਛੇ ਪਛਾਏ ਆਪ ਦੀ ਬੇਅਦਬੀ ਕੀਤੀ। ਸ਼ਕਤੀ ਨਾ ਪਛਾਣੀ, ਕਦਰ ਨਾ ਪਾਈ, ਭੁੱਲ ਗਏ। ਮੋਟੀ ਬੁੱਧ ਹੈ, ਮਿੱਟੀ ਦਾ ਕੰਮ ਕਰਦਿਆਂ ਬੁੱਧ ਵੀ ਮਿੱਟੀ ਹੋ ਜਾਂਦੀ ਹੈ। ਬਖਸ਼ ਲਓ ਤੇ ਹੁਣ ਚਲੋ। ਗੁਰੂ ਜੀ, ਤੁਸੀਂ ਸਾਡੇ ਖਡੂਰੋਂ ਟੋਰਨ ਦੀ ਖਿਮਾ ਮੰਗਦੇ ਹੋ। ਉਹ ਤਾਂ ਅਸੀਂ ਵਿਚਾਰਦੇ ਹੀ ਨਹੀਂ। ਤੁਸਾਂ ਇੱਕ ਹੋਰ ਭੁੱਲ ਕੀਤੀ ਹੈ, ਸਾਨੂੰ ਖਡੂਰ ਜਾਣੋਂ ਉਹ ਰੋਕਦੀ ਹੈ। ਪੈਂਚ, ਉਹ ਵੀ ਦੱਸੋ ਦਾਤਾ ਜੀਓ, ਅਸੀਂ ਭੁੱਲਣਹਾਰ ਹਾਂ। ਗੁਰੂ ਜੀ, ਜੋ ਦੁਰਗਤ ਤੁਸਾਂ ਜੋਗੀ ਦੀ ਕੀਤੀ ਹੈ ਉਹ ਪਾਪ ਹੈ। ਸ਼ਕਤ ਵੇਖੀ ਸੀ ਤਾਂ ਨਿਉਣਾ ਸੀ ਕਿ ਭੂਏ ਹੋ ਕੇ ਪਾਪ ਕਮਾਉਣਾ ਸੀ। ਪੈਂਚ, ਅੱਛਾ ਜੀਓ, ਹੈ ਈਰਖਾ ਦਾ ਕੁੱਠਾ ਸੀ ਜੀ। ਉਹ ਤਾਂ ਆਪਣੀ ਵੱਡਤ ਦਾ ਮਾਰਿਆ ਹੋਇਆ ਨਾਟਕੀ ਆਪਣਾ ਕੀਤਾ ਪਾ ਗਿਆ। ਗੁਰੂ ਜੀ, ਕੌਣ ਹੈ ਤੁਸਾਂ ਵਿੱਚ ਜੋ ਈਰਖਾ ਤੋਂ ਖਾਲੀ ਹੈ? ਕੌਣ ਹੈ ਜੋ ਵੱਡਤ ਨਹੀਂ ਲੋਚਦਾ? ਕੌਣ ਹੈ ਤੁਸਾਂ ਵਿੱਚ ਜੋ ਨਾਟਕਾਂ ਚੇਟਕਾਂ ਦੀ ਮੰਗ ਨਹੀਂ ਕਰਦਾ? ਆਪਣਾ ਕੀਤਾ ਪਾ ਗਿਆ ਠੀਕ, ਪਰ ਜੇ ਤੁਸਾਂ ਨੂੰ ਆਪਣਾ ਕੀਤਾ ਪਾਉਣਾ ਪਵੇ ਤਾਂ ਫੇਰ? ਜੇ ਕਿਸੇ ਦੀ ਆਪਣੀ ਮੈਂ ਭੁੱਲ ਕਰੇ ਤਾਂ ਉਹ ਮਾਫੀ ਦਾ ਹੱਕਦਾਰ, ਤੇ ਜੇ ਕਿਸੇ ਦੂਸਰੇ ਦੀ ਮੈਂ ਭੁੱਲ ਕਰੇ ਤਾਂ ਦੰਡਯੋਗ। ਆਪਣਾ ਕੀਤਾ ਪਾ ਗਿਆ, ਨਿਆਂ ਕੈਸਾ ਨਿਆਂ ਹੈ? ਹਾਂ, ਕੈਸੀ ਅਨੋਖੀ ਹੈ ਨਿਆਂ ਦੀ ਬਿਰਤੀ। ਚੋਰ ਚੋਰੀ ਕਰੇ ਤਾਂ ਖੁਸ਼, ਚੋਰ ਦੀ ਚੋਰੀ ਹੋਵੇ ਤਾਂ ਨਾਰਾਜ਼। ਜ਼ਮੀਂਦਾਰ ਕੁਝ ਸਮਝੇ, ਕੁਝ ਅਧ ਪਚਤ ਸਮਝੇ, ਪਰ ਇਹ ਗੱਲ ਸਭ ਦੀ ਸਮਝੇ ਪੈ ਗਈ ਕਿ ਗੁਰੂ ਜੀ ਨਿਰਵੈਰ ਹਨ। ਆਪਣੇ ਵੈਰੀ ਨਾਲ ਵੀ ਈਰਖਾ ਨਹੀਂ ਫੁਰਦੀ ਨੇ। ਉਸ ਦੇ ਦਿੱਤੇ ਦੁੱਖ ਨੂੰ ਦੁੱਖ ਨਹੀਂ ਮੰਨ ਰਹੇ ਤੇ ਕਿਸੇ ਉੱਚੇ ਨਿਆਂ ਤੇ ਖੜੇ ਹਨ ਜੋ ਸਾਡੀ ਸੋਝੀ ਤੋਂ ਪਰੇ ਹੈ। ਇਨ੍ਹਾਂ ਸੋਚਾਂ ਵਿੱਚ ਹੀ ਸਨ ਕਿ ਗੁਰੂ ਜੀ ਫੇਰ ਬੋਲੇ, ਤੁਸੀਂ ਇੱਕ ਦੂਏ ਤੋਂ ਵੱਖ-ਵੱਖ ਹੋ, ਪਰ ਵੱਖ-ਵੱਖ ਨਹੀਂ ਹੋ। ਚੁਤਈ ਚੁਤਈ ਹੈ ਪਰ ਤਾਣੇ ਪੇਟੇ ਸੂਤ ਹੈ। ਸੂਤ ਇੱਕ ਨਹੀਂ, ਸੂਤ ਤਾਰਾਂ ਤਾਰਾਂ ਹੈ। ਤਾਰਾਂ ਵੱਖ-ਵੱਖ ਹਨ ਪਰ ਵੱਖ-ਵੱਖ ਨਹੀਂ ਹਨ। ਗੋਂਦ ਵਿੱਚ ਇੱਕੋ ਬੈਠੀਆਂ ਹਨ। ਵੈਰ ਭਾਵ ਕਿਸ ਕਿਸ ਵਿੱਚ ਕਿਸ ਕਿਸ ਨਾਲ ਵਸਦਾ ਹੈ? ਹੈਂ? ਫਿਰ ਚੁੱਪ ਹੋ ਗਏ। ਕੁਝ ਚਿਰ ਠਹਿਰ ਕੇ ਫੇਰ ਬੋਲੇ, ਆਪ ਤੁਸੀਂ ਨਾਟਕਾਂ ਚੇਟਕਾਂ ਮੰਗੋ, ਮਾਨੋ ਆਪ ਤੁਸੀਂ ਬੀਜੋ ਬੀਜ। ਜਦੋਂ ਫਲ ਲੱਗੇ ਤਾਂ ਆ ਕੇ ਵੱਡੇ ਜੋਗੀ। ਕਰਨ ਚੇਲੇ ਭਰਨ ਪੀਰ, ਜੇ ਨਾ ਭਰਨ ਤਾਂ ਚੇਲੇ ਨਿਆਂ ਕਰਤਾ ਤੇ ਦੰਡ ਦਾਤਾ, ਅਰ ਪੀਰ ਦੋਸ਼ੀ ਤੇ ਦੰਡਯੋਗ। ਵਾਹ ਕਲਯੁਗ ਤੇਰਾ ਨਿਆਂ। ਜੋ ਬਹੁਤ ਇਲਤਾਂ ਕਰੇ ਸੇ ਚੌਧਰੀ, ਜੋ ਬ੍ਰਹਮ ਵਿਦਿਆ ਤੋਂ ਕੋਰਾ ਪਰ ਦੰਭ ਕਰੇ ਕਰਾਏ ਸੋ ਪੰਡਤ। ਜੋ ਮੋਰੀਆਂ ਤੇ ਵਗਦੀਆਂ ਲੀਰਾਂ ਵਿੱਚ ਬੈਠਾ ਮੰਗਤਾ,
ਝੂਠੀਆਂ ਪੀਰੀਆਂ ਲਾ ਲਾ ਦੱਸੇ ਉਹ ਪਾਤਸ਼ਾਹ। ਜੋ ਅੱਖਾਂ ਤੋਂ ਹੀਣਾ ਹੋਵੇ ਉਹ ਪਾਰਖੂ। ਮਰਨੇ ਪਰਨੇ ਜੋ ਸਭ ਤੋਂ ਵੱਧ ਝੂਠੀ ਹੋਵੇ ਸੋ ਅੱਗੇ ਜਾ ਬਹੇ ਤੇ ਚੌਧਰਾਣੀ ਦੀ ਥਾਂ ਪੂਰੀ ਕਰੇ। ਇਹ ਹੈ ਕਲਯੁਗ ਦਾ ਨਿਆਂ। ਪਰ ਗੁਰਮੁਖ ਅਸਲੀਅਤ ਨੂੰ ਸਮਝਦਾ ਹੈ। ਹਾਂ ਪਰ ਭਾਈ, ਜੇ ਕੋਈ ਗੁਰਮੁਖ ਹੋਵੇ ਸੋ ਗੁਰਮੁਖਤਾਈ ਕਰਦਾ ਹੈ। ਉਹ ਜਾਣਦਾ ਹੈ ਸੱਚ ਨੂੰ। ਉਹ ਵਾਹਿਗੁਰੂ ਦੀ ਰਜ਼ਾ ਤੇ ਟੁਰਦਾ ਹੈ, ਸੱਚ ਦੇਖਦਾ ਹੈ, ਸੱਚ ਜਪਦਾ ਹੈ ਤੇ ਸੱਚ ਤੇ ਟੁਰਦਾ ਹੈ। ਉਸ ਦੀ ਸਿਆਣ ਕਰੀਏ। ਉਸ ਦੀ ਸਿਆਣ ਗੁਰਮੁਖਤਾਈ ਹੈ, ਹਰ ਗੱਲੇ ਗੁਰਮੁਖਤਾਈ। ਇਉਂ ਆਖਦੇ ਫਿਰ ਚੁੱਪ ਹੋ ਗਏ। ਚੁੱਪ ਛਾ ਗਈ ਸਾਰੇ ਦੀਵਾਨ ਵਿੱਚ। ਕੋਈ ਅਤ ਦੂਰ ਦੀ ਬਰੀਕ ਝੀਣੀ ਆਵਾਜ਼ ਆਈ, ਜਿਸ ਨੂੰ ਗੁਰੂ ਕੇ ਉਪਕਾਰੀ ਕੰਨਾਂ ਨੇ ਸੁਣਿਆ। ਮਲਕੜੇ ਉੱਠ ਕੇ ਟੁਰ ਪਏ। 2-4 ਪੱਲਾਂ ਮਗਰੋਂ ਸ੍ਰੀ ਅਮਰਦਾਸ ਜੀ ਸਮਝੇ ਕਿ ਮੈਨੂੰ ਵੀ ਸੱਦ ਰਹੇ ਹਨ। ਆਪ ਵੀ ਉੱਠੇ ਤੇ ਮਗਰੇ ਹੋ ਲਏ। ਇੱਧਰ ਇੱਕ ਚੌਧਰੀ ਨੇ ਜੋ ਗੁਰੂ ਕਾ ਅਨੁਯਾਈ ਸੀ, ਭਾਈ ਬੁੱਢੇ ਨੂੰ ਆਖਿਆ, ਗੁਰਮੁਖ ਹੈ ਤੂੰ? ਦਸ ਗੁਰਮੁਖਾ, ਕੋਈ ਗੁਰਮੁਖਤਾਈ ਦਾ ਉਪਰਾਲਾ। ਜੋ ਜੋਗੀ ਤਾਂ ਮਾਰ ਗੁਆਇਆ ਤੇ ਗੁਰੂ ਕਰ ਲਿਆਏ ਗੁੱਸੇ। ਹੁਣ ਦੂਰੇ ਪਾਪ ਦਾ ਕੀ ਬਣੇ? ਗੁਰੂ ਕਿਵੇਂ ਰੀਝੇ? ਬਾਬਾ, ਭਾਈ, ਗੁਰੂ ਤੇ ਗੁਰਮੁਖ ਤਾਂ ਆਪ ਹੈ, ਜਾਂ ਗੁਰਮੁਖ ਤੁਸੀਂ ਹੈ? ਮੈਥੋਂ ਪੁੱਛਦੇ ਹੋ ਤਾਂ ਅਕਲ ਕਰੋ। ਗੁਰਮੁਖਾਂ ਵਾਲੀ ਤਾਂ ਦੋਹਾਂ ਦੁੱਖਾਂ ਦਾ ਦਾਰੂ ਦੋ ਨਹੀਂ ਇੱਕੋ ਹੈ। ਜੋਗੀ ਦੇ ਪਾਪ ਦਾ ਪ੍ਰਾਇਸ਼ਚਿਤ ਕਰੋ, ਉਹ ਪਾਪ ਮਿਟੇਗਾ, ਗੁਰੂ ਪ੍ਰਸੰਨ ਹੋ ਜਾਏਗਾ। ਗੁਰੂ ਗੁੱਸੇ ਨਹੀਂ, ਗੁੱਸਾ ਅਗਨ ਹੈ। ਸਾਈਂ ਦੇ ਠੰਡੇ ਨਾਮ ਨਾਲ ਠਰੇ ਹਿਰਦਿਆਂ ਵਿੱਚ ਇਸ ਦੀ ਥਾਂ ਨਹੀਂ ਹੁੰਦੀ। ਜੋ ਸੱਚ ਉਪਦੇਸ਼ ਅਜ ਹੋਇਆ ਹੈ, ਸੱਚੋ ਸੱਚ ਹੈ, ਉਹ ਤੁਸਾਂ ਦੇ ਸੁਧਾਰ ਵਾਸਤੇ, ਭਲੇ ਵਾਸਤੇ ਹੋਇਆ ਹੈ, ਜੋ ਤੁਸਾਨੂੰ ਵੀ ਸੱਚ ਦਿਸੇ। ਗੁਰੂ ਤੁਹਾਡੇ ਉਧਾਰ ਵਿੱਚ ਹੈ, ਤੁਹਾਨੂੰ ਦੰਡ ਦੇਣਾ ਚਾਹੁੰਦਾ ਹੈ। ਕਸ਼ਟ ਮਾਤਰ ਵਿੱਚ ਨਹੀਂ, ਪਰ ਸੁਧਾਰ ਵਿੱਚ ਸੁਧਾਰ ਹੁੰਦਾ ਹੈ। ਹਾਂ, ਪਛਤਾਵੇ ਨਾਲ ਹੀ ਹੁੰਦਾ ਹੈ ਅਸਲੀ ਸੁਧਾਰ। ਕੀਤੇ ਕੁਕਰਮ ਤੇ ਸੱਚੇ ਦਿਲੋਂ ਦੁਖੀ ਹੋ ਕੇ ਪਛਤਾਵਾ ਕਰਨ ਨਾਲ। ਪਛਤਾਵਾ ਹੈ ਦਿਲ ਦਾ ਦੰਡ ਜੋ ਤਾ ਕੇ ਦਿਲ ਨੂੰ ਸੋਧਦਾ ਹੈ। ਜੇ ਤੁਸੀਂ ਸਮਝ ਲਓ ਕਿ ਪਾਪ ਹੋਇਆ ਹੈ ਸਾਥੋਂ, ਫਿਰ ਪਛਤਾਓ ਤਾਂ ਗੁਰੂ ਜੀ ਪ੍ਰਸੰਨ ਸਮਝੋ। ਉਹ ਪ੍ਰਸੰਨ ਤੁਹਾਡੇ ਸੁਧਾਰ ਵਿੱਚ ਹਨ। ਤੁਸੀਂ ਪਾਪ ਕਰਨ ਵੇਲੇ ਸਕੁੱਚੇ ਨਹੀਂ, ਕਰਕੇ ਪਛਤਾਏ ਨਹੀਂ, ਇੱਕ ਅਥਰੂ ਨਹੀਂ ਕਿਰੀ। ਆਪਣੇ ਆਪ ਨੂੰ ਮੂਰਖ ਪਏ ਆਖੋ, ਪਰ ਤੁਸੀਂ ਪਸ਼ੂ ਨਹੀਂ, ਮਨੁੱਖ ਹੋ, ਸੋਚਵਾਨ ਹੋ। ਜੇ ਸੋਚ ਨਾ ਵਰਤੋ ਤੇ ਹਰੇ ਦੇ ਮਗਰ ਉੱਠ ਭੱਜੋ ਤਾਂ ਖੁਰਲੀਆਂ ਤੇ ਜਾ ਵੱਜੋ। ਇੱਕ ਪੈਂਚ ਜੋ ਹੋਣੀ ਸੀ ਹੋ ਵਰਤੀ। ਸਮਝ ਪੈ ਗਈ ਹੈ ਕਿ ਉਹ ਪਾਪ ਸੀ। ਹੁਣ ਉਹ ਉਪਰਾਲਾ ਦੱਸ ਬਾਬਿਆ, ਜਿਤ ਬਖਸ਼ੀ ਵੀ ਏ। ਬਾਬਾ, ਹੁਣੇ ਗੁਰੂ ਜੀ ਆ ਰਹੇ ਹਨ, ਉਹਨਾਂ ਨੂੰ ਪੁੱਛੋ ਪਛਤਾਵੇ ਵਿੱਚ ਹੋ ਕੇ ਜੋ ਆਗਿਆ ਕਰਨ, ਸਿਰ ਮੱਥੇ ਤੇ ਕਬੂਲੋ। ਸੱਜਣ ਜਨੋ, ਗੁਰੂ ਨੂੰ ਚੇਲਿਆਂ ਦੀ ਭੁੱਖ ਨਹੀਂ, ਗੁਰੂ ਨੂੰ ਵਡਿੱਤ ਦੀ ਲੋੜ ਨਹੀਂ। ਗੁਰੂ ਨੂੰ ਤਾਂ ਕੇਵਲ ਜੀਵਾਂ ਦੇ ਕਲਿਆਣ ਦੀ ਲੋੜ ਹੈ। ਜੋ ਉਹ ਸਿੰਧੀ ਦੇਂਦਾ ਹੈ ਤੇ ਪਾਰ ਉਤਾਰੇ ਕਰਦਾ ਹੈ। ਪਰ ਸਾਨੂੰ ਸੁਭਾਅ ਪਿਆ ਹੋਇਆ ਹੈ ਆਪਣੀਆਂ ਲੋੜਾਂ ਪੂਰਨ ਦਾ। ਅਸੀਂ ਗੁਰੂ ਨੂੰ ਮਿਲ ਕੇ ਉਸ ਦੀ ਉੱਜਲ ਮੱਤ ਨਹੀਂ ਮੰਗਦੇ। ਅਸੀਂ ਸਾਧੂਆਂ ਜੋਗੀਆਂ ਨੂੰ ਆਪਣੀ ਲੋੜਾਂ ਤੇ ਮੰਗਾਂ ਦੇ ਮਗਰ ਟੋਰਦੇ ਹਾਂ। ਸੱਚ ਜਾਣੋ, 1000 ਵਿੱਚੋਂ 999 ਜੋਗੀਆਂ, ਤਪੀਆਂ, ਸਾਧਾਂ, ਸੰਤਾਂ ਪਾਸ ਜਾਣ ਵਾਲੇ ਉਹਨਾਂ ਦੀ ਕਰਾਮਾਤੀ ਸ਼ਕਤੀ ਦੇ ਮੰਗਤੇ ਹੋ ਕੇ ਜਾਂਦੇ ਹਨ। ਆਪਣੀ ਕਲਿਆਣ ਵਾਸਤੇ ਕੋਈ ਵਿਰਲਾ। ਉਹਨਾਂ ਤੋਂ ਅਮੰਗਤ ਅਵਸਥਾ ਮੰਗਣ ਨਹੀਂ ਜਾਈਦਾ। ਆਪਣੀਆਂ ਮੰਗਾਂ ਦੇ ਮਗਰ ਉਹਨਾਂ ਨੂੰ ਲਾ ਕੇ ਮੰਗਾ ਪੂਰਨ ਅਰਥ ਜਾਈਦਾ ਹੈ। ਸਾਡੇ ਗੁਰੂ ਨਾਨਕ ਦੇਵ ਜੀ ਦਾ ਮਾਰਗ ਇਹ ਹੈ ਕਿ ਸਿੱਖ ਸਿੱਖਿਆ ਲਵੇ, ਉਸ ਦੀ ਨਜ਼ਰ ਉੱਚੀ ਥੀਵੇ। ਉਹ ਮੰਗਤੇ ਮਨ ਤੋਂ ਉੱਚਾ ਹੋ ਕੇ ਦਾਤਾ ਮਨ ਵਿੱਚ ਜੀ ਉੱਠੇ। ਉਸ ਵਿੱਚ ਨਾਮ ਦਾ ਨਿਵਾਸ ਹੋਵੇ, ਜੋ ਉਹ ਆਪ ਆਪਣੇ ਵਿੱਚ ਆਤਮ ਸਤਿਆ ਵਾਲਾ ਹੋ ਜਾਵੇ। ਠੀਕਰੇ ਵਿੱਚ ਲਾਇਆ ਬੂਟਾ ਨਾ ਬਣੇ, ਧਰਤੀ ਵਿੱਚ ਉਗਿਆ ਬਿਰਛ ਬਣੇ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਮੱਤ ਮੰਗੀਦੀ ਹੈ, ਜੋ ਲੋਕ ਪਰਲੋਕ ਸੰਵਾਰੇ। ਸਾਨੂੰ ਲੋੜ ਹੈ ਗੁਰੂ ਦੀ।
ਗੁਰੂ ਨੂੰ ਸਾਡੇ ਪਦਾਰਥਾਂ, ਸਾਡੀ ਪੂਜਾ ਦੀ ਲੋੜ ਨਹੀਂ। ਉਹ ਮੰਗ ਵਿੱਚ ਨਹੀਂ ਹੈ। ਗੁਰੂ ਦਾਤਾ ਹੈ ਕਲਿਆਣ ਦਾ। ਕਲਿਆਣ ਸੋਨਾ ਹੈ, ਪਰ ਅਸੀਂ ਉਸ ਤੋਂ ਸੋਨਾ ਨਹੀਂ ਕੌਡਾ ਮੰਗਦੇ ਹਾਂ। ਜਾਗੋ, ਸੁਰਤ ਕਰੋ ਤੇ ਉੱਚੇ ਹੋ ਕੇ ਉੱਚੀ ਨਜ਼ਰ ਕਰੋ। ਇਹ ਕਹਿ ਕੇ ਬਾਬਾ ਜੀ ਨੇ ਇੱਕ ਸ਼ਬਦ ਲਾ ਦਿੱਤਾ, ਭਰਵੀਂ ਪਰ ਮਿੱਠੀ ਸੁਰ ਵਿੱਚ। ਮਾਰੂ ਮਹੱਲਾ ਪਹਿਲਾ। ਬਿਖ ਬੋਏ ਥਾ ਲਾ ਦਿਆ, ਦਿਆ ਸਮੁੰਦ ਮਝਾਰ। ਕੰਦੀ ਦਿਸ ਨਾ ਆਵਈ, ਨਾ ਉਰਵਾਰ ਨਾ ਪਾਰ। ਵੰਜੀ ਹਾਥ ਨਾ ਖੇਵਟੂ, ਜਲ ਸਾਗਰ ਅਸਰਾਲ। ਬਾਬਾ ਜਗ ਫਾਥਾ ਮਹਾਜਾਲ, ਗੁਰ ਪ੍ਰਸਾਦੀ ਉਬਰੇ ਸੱਚਾ ਨਾਮ ਸੰਭਾਲ। ਰਹਾਓ। ਸਤਿਗੁਰੂ ਹੈ ਬੋਏ ਥਾ, ਸ਼ਬਦ ਲੰਗਾਵਣ ਹਾਰ। ਤਿੱਥੇ ਪਉਣ ਨਾ ਪਾਵ ਕੋ, ਨਾ ਜਲ ਨਾ ਆਕਾਰ। ਤਿੱਥੇ ਸੱਚਾ ਸੱਚ ਨਾਏ, ਭਉਜਲ ਤਾਰਨ ਹਾਰ। ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸਿਉ ਲਿਵਲਾਏ। ਆਵਾ ਗਉਣ ਨਿਵਾਰਿਆ, ਜੋਤੀ ਜੋਤ ਮਿਲਾਏ। ਗੁਰਮਤੀ ਸਹਿਜ ਉਪਜੈ, ਸੱਚੇ ਰਹਿ ਸਮਾਏ। ਸ਼ਬਦ ਦੇ ਗਾਇਨ ਦਾ ਅਸਰ ਸਭ ਦੀਆਂ ਬਿਰਤੀਆਂ ਨੂੰ ਟਿਕਾ ਗਿਆ ਤੇ ਸੋਝੀ ਵੀ ਦੇ ਗਿਆ ਕਿ ਸਾਡੀ ਜੀਵਾਂ ਦੀ ਕਮਾਈ ਕਰਨੀ ਵਿਖਤੁਲ ਹੈ ਤੇ ਅੱਗਾ ਭਾਰੂ ਹੈ ਤੇ ਦਾਰੂ ਸ਼ਬਦ ਵਿੱਚ ਹੈ। ਇੰਨੇ ਨੂੰ ਸਤਿਗੁਰੂ ਜੀ ਆ ਗਏ। ਉਂਗਲ ਨਾਲ ਲਾਏ ਇੱਕ 10-11 ਬਰਸ ਦਾ ਬੱਚਾ ਲੈ ਆਏ। ਸ੍ਰੀ ਬੁੱਢਾ ਜੀ ਨੂੰ ਆਗਿਆ ਕੀਤੀ ਕਿ ਬਾਲਕੇ ਨੂੰ ਲੈ ਜਾਓ, ਕੁਝ ਖਿਲਾ ਪਿਲਾ ਕੇ ਕਿਸੇ ਸੇਵਕ ਨੂੰ ਨਾਲ ਦਿਓ ਜੋ ਘਰ ਆਪੜਾ ਆਵੇ। ਜਾਂ ਆਪ ਜੀ ਗੱਦੀ ਤੇ ਬਿਰਾਜ ਗਏ ਤਾਂ ਇੱਕ ਪੈਂਚ ਨੇ ਹੱਥ ਬੰਨ੍ਹ ਕੇ ਆਖਿਆ, ਦਾਤਾ, ਸਾਨੂੰ ਆਪਣੀ ਭੁੱਲ ਦੀ ਸੋਝੀ ਪੈ ਗਈ ਹੈ। ਅਸੀਂ ਹੁਣ ਪਛਤਾਉਂਦੇ ਹਾਂ ਕਿ ਕਿਉਂ ਕਰ ਬੈਠੇ। ਸਾਨੂੰ ਬਖਸ਼ੋ ਤੇ ਲੜ ਲਓ। ਆਪਣੀ ਸਿੱਖੀ ਦਾਨ ਕਰੋ, ਜੋ ਬਾਹਰੋਂ ਆ ਕੇ ਤਰ ਜਾਣ ਵਾਲੇ ਸਿੱਖਾਂ ਵਾਂਗੂ ਅਸੀਂ ਆਪ ਦੇ ਕੋਲ ਰਹਿਣ ਵਾਲੇ ਵੀ ਉਹਨਾਂ ਵਰਗੀ ਸੁਮਤ ਵਾਲੇ ਸਿੱਖ ਹੋ ਜਾਈਏ। ਕਿਵੇਂ ਆਪ ਜੀ ਹੁਣ ਚੱਲੋ ਤੇ ਭਾਗ ਲਾਓ ਪਿੰਡ ਨੂੰ। ਗੁਰੂ ਜੀ, ਪ੍ਰਾਇਸ਼ਚਿਤ ਕਰੋ। ਕਾਲੀ ਕਰਨੇ ਦਾ ਅਸਲ ਪ੍ਰਾਇਸ਼ਚਿਤ ਮਨ ਦਾ ਮਨ ਨੂੰ ਕੋਸਣਾ ਹੈ। ਆਪਣੇ ਕੀਤੀ ਦੀ ਬੁਰਿਆਈ ਨੂੰ ਲੱਖ ਕੇ ਸ਼ੋਕ ਕਰਨਾ। ਸੱਚਾ ਸ਼ੋਕ ਕੀਤਿਆਂ ਦੀ ਕਾਲਕ ਨੂੰ ਕੱਢਦਾ ਹੈ। ਸਾਰੇ ਕਰੋ ਪਛਤਾਵਾ ਮਨੋ ਮਨ। ਫਿਰ ਸਾਰੇ ਇਕੱਠੇ ਹੋ ਕੇ ਵਾਹਿਗੁਰੂ ਜੀ ਤੋਂ ਭੁੱਲ ਬਖਸ਼ਾਓ। ਫਿਰ ਆਰਾਧਨਾ ਕਰੋ ਤੇ ਅਰਦਾਸ ਕਰੋ ਕਿ ਵਾਹਿਗੁਰੂ ਅਕਾਲ ਪੁਰਖ ਜੋਗੀ ਦੀ ਰੂਹ ਉੱਤੇ ਰਹਿਮ ਕਰੇ। ਇਹ ਕੁਛ ਆਪ ਹੀ ਨਾ ਕਰੋ, ਸਗੋਂ ਪਿੰਡ ਦੇ ਰਾਹਕ, ਸਾਧੂ, ਸੰਤ, ਮਹਾਤਮਾ, ਗਰੀਬ, ਲੋੜਵੰਦ ਸਭ ਨੂੰ ਬੁਲਾਓ। ਜਗ ਕਰੋ ਸਭ ਲਈ ਵੱਡਾ। ਗਰੀਬ ਗੁਰਬੇ ਸਭ ਨੂੰ ਅੰਨ ਦਿਓ ਉਸ ਦਿਨ ਤੇ ਅਸੀਸ ਲਓ ਸਭ ਦੀ। ਪੈਂਚਾਂ ਨੇ ਸਾਰੇ ਭਰਾਵਾਂ ਵੱਲ ਤੱਕਿਆ। ਆਵਾਜ਼ ਆਈ, ਸਤ ਬਚਨ ਮਹਾਰਾਜ ਜੀ, ਅਸਾਂ ਸੱਚਮੁੱਚ ਭੁੱਲ ਕੀਤੀ ਹੈ ਤੇ ਦਿਲੋਂ ਪਛਤਾਉਂਦੇ ਹਾਂ। ਫਿਰ ਪੈਂਚ ਬੋਲੇ, ਸਾਨੂੰ ਆਪਣਾ ਕਰ ਲਓ। ਆਪ ਦੇ ਹੋਵੀਏ ਤੇ ਹੋਰ ਦੀ ਝਾਕ ਛੋੜੀਏ। ਅਸੀਂ ਗੰਗਾ ਕਿਨਾਰੇ ਹੁਣ ਧਿਆਏ ਨਾ ਬੈਠੇ ਰਹੀਏ। ਇਸ ਪ੍ਰਕਾਰ ਦਾ ਸੱਚਾ ਪਛਤਾਵਾ ਦੇਖ ਕੇ ਸਤਿਗੁਰਾਂ ਨੇ ਕਿਹਾ, ਭਾਈ ਤੁਸੀਂ ਹੁਣ ਚੱਲੋ ਤੇ ਅਸੀਂ ਆਵਾਂਗੇ। ਕਵੀ ਜੀ ਨੇ ਸੱਚ ਕਿਹਾ ਹੈ, ਧਰਮ ਸਪੂਰ ਜਿਉ ਨਿਵੈ ਖਵੈ, ਕਸ ਬਿਮਲ ਵਿਚਾਰੈ। ਇਹ ਹੈ ਤਤ ਜਾਣਿਓ ਸਰਬਗਤ ਅਲਖ ਬਿਡਾਣੀ। ਸਹਿਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਲਬਾਣੀ। ਗੁਰਗਮ ਪਰਮਾਣ ਤੈ ਪਾਇਓ, ਸਤ ਸੰਤੋਖ ਗ੍ਰਹ ਜਿਲਿਓ। ਹਰ ਪਰਸਿਓ ਕਲ ਸਮਲਵੈ, ਜਨ ਦਰਸ਼ਨ ਲੈਣੇ ਪਇਓ। ਸਵਈਏ ਮਹੱਲਾ ਦੂਜੇ ਕੇ, ਜਿਸ ਦਾ ਅਰਥ ਇਹ ਹੈ ਕਿ ਕੱਲ ਭੱਟ ਜੀ ਆਪਣੀ ਨਿਜ ਦੀ ਵਾਕਫੀਅਤ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਭਾਅ ਬਾਬਤ ਇਹ ਉਚਾਰਦੇ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਫਲੇ ਹੋਏ ਬ੍ਰਿਛ ਦੀਆਂ ਸ਼ਾਖਾਂ ਵਾਂਗੂ ਨਿਉਂਦੇ ਹਨ। ਹਰ ਪ੍ਰਕਾਰ ਦੇ ਕਸ਼ਟ, ਖੇਚਲ, ਖੇਦ, ਹਾਨੀ, ਅਪਮਾਨ ਆਪ ਚੱਲ ਲੈਂਦੇ ਹਨ। ਚੱਲਦੇ ਹੋਏ ਕਿਸੇ ਉਦਾਸੀ ਕੇ ਵਿਖਿਪਤਾ ਵਿੱਚ ਨਹੀਂ ਜਾਂਦੇ। ਉਹਨਾਂ ਦੀ ਵਿਚਾਰ ਬਿਮਲ ਵਿਚਾਰ ਹੈ, ਜੋ ਸਦਾ ਨਿਰਮਲ ਰਹਿੰਦੀ ਹੈ ਤੇ ਨਿਰਮਲਤਾ ਵਿੱਚ ਸੋਚ ਕਰਦੀ ਹੈ। ਫਿਰ ਉਸ ਵਿਚਾਰ ਵਿੱਚ ਇਹ ਸਾਰਭੂਤ ਗਿਆਨ ਸਦਾ ਵਸਦਾ ਹੈ ਕਿ ਅਲਖ ਤੇ ਅਸਚਰਜ ਰੂਪ ਪਰਮਾਤਮਾ ਸਰਬ ਵਿੱਚ ਵਿਆਪਕ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੰਮ੍ਰਿਤ ਬਾਣੀ ਦੀ ਕਲਾ ਨਾਲ ਜੀਵਾਂ ਵਿੱਚ ਗਿਆਨ ਦੀ ਕਲਾ ਖਿਲਾਰ ਦਿੱਤੀ ਹੈ। ਤੈਨੂੰ ਸਤ ਸੰਤੋਖ ਐਸਾ ਮਿਲਿਆ ਹੈ ਕਿ ਗੁਰੂ ਨਾਨਕ ਦੀ ਗਮਤਾ ਤੇਰੀ ਗਮਤਾ ਹੋ ਗਈ ਹੈ। ਕਲ ਕਵੀ ਆਖਦਾ ਹੈ ਕਿ ਜਿਨ੍ਹਾਂ ਨੂੰ ਸ੍ਰੀ ਲਹਿਣਾ ਜੀ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਵਾਹਿਗੁਰੂ ਨੂੰ ਸਪਰਸ਼ ਕਰ ਲਿਆ ਹੈ। ਮਹਿਮਾ ਪ੍ਰਕਾਸ਼ ਛੰਦਾਬੰਦੀ ਵਿੱਚ ਲਿਖਿਆ ਹੈ, ਸਤਿਗੁਰ ਪਰਮ ਸੁਜਾਨ ਵੈਰ ਭਾਉ ਜਾਂ ਕੇ ਨਹੀਂ, ਨਹੀਂ ਮਾਨ ਅਪਮਾਨ ਸਹਿਜ ਬਨੇ ਤਾਂ ਮੋਹ ਰਜੇ। 44ਵਾਂ ਹੈ ਫੇਰ ਖਡੂਰ। ਕੁਝ ਜ਼ਮੀਂਦਾਰ ਤਾਂ ਟੁਰ ਗਏ ਜੋ ਖਡੂਰ ਆਏ ਕਿ ਗੁਰੂ ਜੀ ਦੇ ਸਵਾਗਤ ਦੀ ਤਿਆਰੀ ਕਰਨ, ਤੇ ਕੁਝ ਥੋੜੇ ਰਹੇ ਨਾਲ ਚੱਲਣ ਵਾਸਤੇ। ਜਦੋਂ ਸ੍ਰੀ ਗੁਰੂ ਜੀ ਖਾਨ ਰਜਾਦੇ ਤੋਂ ਟੁਰੇ ਤਾਂ ਸਾਰੀ ਸੰਗਤ ਤੇ ਜ਼ਮੀਂਦਾਰ ਨਾਲ ਟੁਰੇ। ਰਸਤੇ ਵਿੱਚ ਭਰੋਵਾਲ ਫਿਰ ਠਹਿਰੇ। ਐਤਕੀ ਕਾਰਨ ਇਹ ਬਣਿਆ ਕਿ ਉੱਥੇ ਇੱਕ ਭਲੇ ਜ਼ਾਤ ਦਾ ਖੱਤਰੀ ਸਿੱਖ ਵਸਦਾ ਸੀ, ਜਿਸ ਦਾ ਨਾਮ ਸੀ ਖੀਵਣ ਮਲ ਤੇ ਸਦੀਂਦਾ ਸੀ ਖੀਓ। ਇਸਨੇ ਗੁਰੂ ਗਮਨ ਸੁਣ ਕੇ ਆ ਬੇਨਤੀ ਕੀਤੀ ਕਿ ਰਾਹ ਵਿੱਚ ਡੇਰਾ ਮੇਰੇ ਪਿੰਡ ਪਵੇ ਤੇ ਮੈਂ ਪ੍ਰਸ਼ਾਦ ਪਾਣੀ ਦੀ ਸੇਵਾ ਕਰਾਂ। ਇਹ ਬਿਨੈ ਮੰਨ ਕੇ ਸ੍ਰੀ ਗੁਰੂ ਜੀ ਭਰੋਵਾਲ ਠਹਿਰੇ। ਖੀਓ ਨੇ ਸੇਵਾ ਕੀਤੀ। ਸਾਰੀ ਸੰਗਤ ਪ੍ਰਸ਼ਾਦ ਛਕ ਕੇ ਪ੍ਰਸੰਨ ਹੋਈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਸ ਦੀ ਯਾਚਨਾ ਪਰ ਆਸ਼ੀਰਵਾਦ ਦਿੱਤੀ, ਸੁਖੀ ਰਹੇ ਧਨ ਧਾਮ ਸੰਤਾਨ ਸਹਿਤ ਫਲੋ ਫੁਲੋ। ਦੱਸਦੇ ਹਨ ਕਿ ਇਸ ਤੋਂ ਮਗਰੋਂ ਖੀਓ ਦੇ ਘਰ ਸੰਤਾਨ ਹੋਈ ਤੇ ਵਧਿਆ ਫੁੱਲਿਆ। ਪਹਿਲੋਂ ਇਸ ਦੇ ਸੰਤਾਨ ਨਹੀਂ ਸੀ। ਫਿਰ ਸਤਿਗੁਰੂ ਖਡੂਰ ਪਹੁੰਚੇ। ਪਿੰਡ ਦੀ ਸਾਰੀ ਵਸੋਂ ਨੇ ਅਦਬ ਤੇ ਪਿਆਰ ਨਾਲ ਸਵਾਗਤ ਕੀਤਾ। ਆਪਣੇ ਘਰ ਡੇਰੇ ਲਾ ਦਿੱਤੇ। ਉਹ ਪਹਿਲੀਆਂ ਰੌਣਕਾਂ ਲੱਗ ਗਈਆਂ। ਸਭ ਤੋਂ ਪਹਿਲੀ ਖੇਲ ਜੋ ਵਰਤਾਈ ਸੋ ਸੀ ਪਿੰਡ ਵਾਸੀਆਂ ਤੋਂ ਪਾਪ ਨਿਵਰਤੀ ਕਰਾਉਣ ਦੀ। ਪਿੰਡ ਵਾਸੀਆਂ ਘਰ ਪਰਤੀ ਮਾਇਆ ਇਕੱਠੀ ਕਰਕੇ ਇੱਕ ਜਗ ਦਾ ਉਦਮ ਕੀਤਾ। 2 ਦਿਨ ਸਾਰਾ ਪਿੰਡ ਲੱਗਾ ਰਿਹਾ। ਬਾਣੀ ਦੇ ਪਾਠ ਹੋਏ। ਸਾਰੇ ਜੁੜ ਕੇ ਅਰਦਾਸ ਵਿੱਚ ਲੱਗੇ ਕਿ ਜੋਗੀ ਦੀ ਕਲਿਆਣ ਹੋਵੇ, ਪਿੰਡ ਦਾ ਅਪਰਾਧ ਬਖਸ਼ੀਵੇ ਤੇ ਅੱਗੋਂ ਨੂੰ ਸੁਮਤ ਦਾਨ ਮਿਲੇ। ਇਸ ਯੱਗ ਦੇ ਕਾਰਜ ਵਿੱਚ ਸ੍ਰੀ ਅਮਰਦਾਸ ਜੀ ਵੀ ਪ੍ਰਬੰਧ ਵਿੱਚ ਲੱਗੇ ਰਹੇ। ਪਿੰਡ ਦੇ ਨਿਸ਼ਚੇ ਤੇ ਵਿਚਾਰ ਵਿੱਚ ਵਟਾਂਦਰਾ ਆਇਆ। ਗੁਰੂ ਘਰ ਤੇ ਨਿਸ਼ਚਾ ਹੋ ਖੜੋਤਾ। ਸਿੱਖੀ ਮਾਰਗ ਪ੍ਰਵਿਰਤ ਹੋ ਗਿਆ। ਬਾਣੀ ਦਾ ਪਾਠ ਤੇ ਨਾਮ ਦਾ ਰੌਂ ਟੁਰ ਪਿਆ। ਬਾਣੀ ਨੇ ਮਤਾਂ ਵਿੱਚ ਉਜਲਤਾ ਲਿਆਂਦੀ ਤੇ ਵਿਚਾਰ ਬਖਸ਼ੀ। ਨਾਮ ਨੇ ਭਰੋਸਾ ਬਖਸ਼ਿਆ ਤੇ ਆਤਮ ਸਤਿਆ ਕਾਇਮ ਕੀਤੀ। 45ਵਾਂ ਹੈ ਪਿਆਰ ਲੀਨਤਾ। ਖਿੜੀ ਸੁਹਾਵੀ ਰਾਤ ਤਾਰਿਆਂ ਜਗਮਗ ਕਰਦੀ, ਆਹੇ ਬਸੰਤੀ ਰੁੱਤ ਪਏ ਨਹਿ ਗਰਮੀ ਸਰਦੀ। ਨਗਰ ਖਡੂਰੋਂ ਬਾਹਰ ਆਏ ਤਪਿਆਣਾ ਜਿੱਥੇ, ਚੁੱਪ ਚੁਪਾ ਜਾਏ ਬੈਠ ਗਏ ਸਤਿਗੁਰ ਉੱਥੇ। ਸਤਿਗੁਰ ਅੰਗਦ ਦੇਵ ਪ੍ਰੇਮ ਵਿੱਚ ਭਰਪੂਰ ਲੀਣੇ, ਪ੍ਰੇਮ ਜਿਨ੍ਹਾਂ ਦਾ ਰੂਪ ਪ੍ਰੇਮ ਨਿਤ ਖਾਵਣ ਪੀਣੇ। ਪ੍ਰੇਮ ਵਿਖੇ ਲਿਵਲੀਨ ਗੁਰੂ ਗੁਰ 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 ਕਰਦੇ, ਗੁਰੂ ਨਾਨਕ ਲੂਣੂ ਵਿਖੇ ਗੁਰੂ ਨਾਨਕ ਕਰਦੇ। ਗੁਰੂ ਨਾਨਕ ਹੈ ਆਪ ਗੁਰੂ ਨੇ ਆਪ ਬਣਾਇਆ, ਬਣ ਗੁਰੂ ਨਾਨਕ ਆਪ ਗੁਰੂ ਨਾ ਮੂਲ ਭੁਲਾਇਆ। ਗੁਰੂ ਨਾਨਕ ਜੀ ਜਾਨ ਗੁਰੂ ਸੇ ਜੀ ਦਾ ਜੀਵਨ, ਗੁਰੂ ਨਾਨਕ ਵਿੱਚ ਲੀਨ ਸਦਾ ਚਿਤ ਚਰਨਨ ਸੀਵਨ। ਧੰਨ ਧੰਨ ਗੁਰ ਕਹਿਣ ਧੰਨ ਗੁਰੂ ਨਾਨਕ ਸੂਰਾ, ਸਿਰ ਠਾਂਡੋ ਜਿਨ ਹੋਏ ਕੀਆ ਸਭ ਕਾਰਜ ਪੂਰਾ। ਗੁਰੂ ਨਾਨਕ ਹੈ ਆਪ ਲਿਵੰਗ ਗੁਰੂ ਨਾਨਕ ਸੰਧੀ, ਗੁਰੂ ਨਾਨਕ ਦਾ ਧਿਆਨ ਗੁਰੂ ਵਿੱਚ ਸਦਾ ਆਨੰਦੀ। ਗੁਰੂ ਨਾਨਕ ਦੀ ਯਾਦ ਸਦਾ ਉਪਕਾਰੀ ਸਰਨੇ, ਗੁਰੂ ਨਾਨਕ ਦੇ ਕਾਜ ਗੁਰੂ ਅੰਗਦ ਦੇ ਕਰਨੇ। ਫਿਰ ਇਹ ਅਚਰਜਕਾਰ ਪ੍ਰੇਮ ਨੇ ਐਸ ਬਣਾਈ, ਗੁਰ ਅੰਗਦ ਚਿਤ ਮਾਹੇ ਬਿਰਦ ਗੁਰ ਰਹੇ ਸਮਾਈ। ਦੇਖ ਖਿੜੀ ਉਹ ਰਾਤ ਯਾਦ ਉਹ ਰਾਤਰੀ ਆਈ, ਜੋ ਗੁਰੂ ਨਾਨਕ ਚਰਨ ਪਰਸ ਕਰ ਸਗਲ ਬਿਤਾਈ। ਯਾਦ ਆਏ ਪਰ ਨੈਣ ਪੁਲਕ ਸਭ ਗਿਆ ਸਰੀਰਾ, ਪ੍ਰੇਮ ਕਮਾਨ ਸੰਭਾਲ ਚਲਾਵੇ ਤਿੱਖੇ ਤੀਰਾ। ਮਗਨ ਪਿਆ ਚਿਤ ਮੌਜ ਮੌਜ ਜੋ ਸਦਾ ਆਨੰਦੀ, ਦੇਹੀ ਸੁਰਤ ਵਿਸਾਰ ਵਜੀ ਹੁਣ ਆਤਮ ਤੰਦੀ। ਦੋ ਦੇ ਦੋ ਇੱਕ ਹੋਏ, ਇੱਕ ਦੇ ਹੋ ਕੇ ਦੋ ਦੋ, ਦੋਵੇਂ ਇੱਕੋ ਹੋਏ, ਇੱਕ ਦੇ ਦੋ ਇੱਕ ਹੋ। ਪ੍ਰੇਮ ਬਿਛੀ ਸ਼ਤਰੰਜ ਖੇਲ ਚਲ ਪਈ ਅਨੋਖੀ,
ਪ੍ਰੇਮ ਚਲਾਈ ਚਾਲ ਪ੍ਰੇਮ ਰਸ ਭਰੀ ਸੁਚੋਖੀ, ਇਸ ਮੋਜ ਵਿੱਚ ਮੇਲ ਮੇਲ ਵਿੱਚ ਫਰਕ ਨਾ ਰਾਈ, ਰਹੀ ਸੁਰਤ ਨਾ ਹੋਰ ਹੋਸ਼ ਮੈਂ ਤੂੰ ਬਿਸਰਾਈ, ਪ੍ਰੇਮ ਸਮੁੰਦੇ ਮਾਹੇ ਚਲਨ ਆਨੰਦ ਪਰਵਾਹੇ, ਨਾਹੇ ਸਮੁੰਦੋ ਵਖ ਵਖ ਪਰ ਵੇਗ ਵਿਖਾਏ, ਸਕੇ ਨ ਲਖੇ ਮੋਜ ਜਿਨੇ ਨਹਿਮਾਣੀ ਹੋਵੇ, ਮਹਿਮਾ ਸਕੇ ਨ ਜਾਣ ਜਿਨੇ ਨਹਿ ਜਾਣੀ ਹੋਵੇ, ਤੇਰੀ ਗਤ ਮੇ ਤੂੰ ਹੈ ਜਾਣੇ ਕਿਆ ਕੋ ਆਖ ਵਖਾਣੇ। 46ਵਾਂ ਹੈ ਸ੍ਰੀ ਅਮਰਦਾਸ ਜੀ ਦਾ ਗੋਇੰਦਵਾਲ ਟਿਕਾਓ। ਹੁਣ ਕੁਛ ਦਿਨ ਸ੍ਰੀ ਅਮਰਦਾਸ ਜੀ ਖਡੂਰ ਸਤਿਗੁਰੂ ਜੀ ਪਾਸ ਟਿਕੇ ਰਹੇ। ਇੱਕ ਦਿਨ ਆਗਿਆ ਹੋਈ ਗੋਇੰਦਵਾਲ ਜਾਣੇ ਦੀ, ਤੇ ਨਾਲ ਕੁਝ ਸਿੱਖ ਦਿੱਤੇ ਕਿ ਜਾ ਕੇ ਅਪੜਾ ਆਵਣ। ਇਹ ਸਿੱਖ ਜਦ ਅਪੜਾ ਕੇ ਮੁੜ ਕੇ ਆਏ ਤਾਂ ਆਖਣ ਲੱਗੇ, ਪਾਤਸ਼ਾਹ ਅਸਾਂ ਇੱਕ ਅਚਰਜ ਡਿੱਠਾ ਹੈ। ਆਪ ਜੀ ਨੇ ਪੁੱਛਿਆ, ਕਹੋ ਕੀ ਡਿੱਠਾ ਨੇ ਅਚਰਜ? ਇੱਕ ਸਿੱਖ ਨੇ ਕਿਹਾ, ਜੀਓ ਜੀ ਆਪ ਜੀ ਦੇ ਪਿਆਰੇ ਸ੍ਰੀ ਅਮਰਦਾਸ ਜੀ ਦੇ ਚਰਨਾਂ ਦੀ ਇੱਕ ਅਣਚਾਹੀ ਛੋਹ ਨਾਲ ਇੱਕ ਨਿਰਜੀਵ ਸਜੀਵ ਹੋ ਗਿਆ। ਅਗਲੇ ਦਿਨ ਸ੍ਰੀ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਖਡੂਰ ਸਦਵਾ ਘੱਲਿਆ ਤੇ ਆਗਿਆ ਕੀਤੀ ਕਿ ਤੁਸੀਂ ਹੁਣ ਇੱਧਰ ਨਾ ਆਇਆ ਕਰੋ, ਅਸੀਂ ਆਪ ਆਵਾਂਗੇ। ਸ੍ਰੀ ਅਮਰਦਾਸ ਜੀ ਨੇ ਪੁੱਛਿਆ, ਦਾਸ ਤੋਂ ਕੋਈ ਅਵਗਿਆ ਤਾਂ ਨਹੀਂ ਹੋਈ? ਆਗਿਆ ਸਿਰ ਮੱਥੇ ਤੇ ਹੈ। ਸ੍ਰੀ ਗੁਰੂ ਜੀ ਬੋਲੇ, ਤੁਸਾਂ ਦੀ ਸ਼ਕਤ ਹੁਣ ਆਪੇ ਉਮਾਹੂ ਹੋ ਖੜੋਂਦੀ ਹੈ। ਅੰਦਰਲਾ ਅਤ ਕੂਲਾ ਤੇ ਬੇਵਸਾ ਦਿਆਲੂ ਹੈ, ਪਰ ਲੋੜ ਸੰਕੋਚ ਦੀ ਹੈ। ਨਾਮ ਦਾਨ ਦੇਣ ਦੀ ਸ਼ਕਤੀ ਵਡੇਰੀ ਕਰਾਮਾਤ ਹੈ। ਕਿਸੇ ਦੇ ਕੀਤੇ ਕਰਮਾਂ ਵਿੱਚ ਦਖਲ ਦੇਣ ਨਾਲੋਂ ਨਾਮ ਦੇਣਾ ਉਚੇਰੀ ਮਿਹਰ ਹੈ, ਜਿਸ ਨਾਲ ਲੈਣ ਵਾਲਾ ਆਪ ਕਰਮ ਤੇ ਜਿੱਤ ਪਾ ਲੈਂਦਾ ਹੈ, ਸਮਰੱਥ ਹੋ ਜਾਂਦਾ ਹੈ। ਹਾਂ, ਤੁਸੀਂ ਹੁਣ ਟਿਕੇ ਰਹੋ ਆਪਣੇ ਟਿਕਾਣੇ ਗੋਇੰਦਵਾਲ, ਅਸੀਂ ਆਪ ਆਇਆ ਕਰਾਂਗੇ ਤੁਸਾਂ ਕੋਲ। ਹੁਣ ਤੁਸੀਂ ਜਾਓ। ਸ੍ਰੀ ਅਮਰਦਾਸ ਜੀ ਗੁਰੂ ਕੀ ਮਤ ਵਿੱਚ ਆਪਣੀ ਮਤ ਲੀਨ ਕੀਤੇ ਹੋਏ ਗੋਇੰਦਵਾਲ ਆ ਗਏ ਤੇ ਟਿਕ ਗਏ ਰਜ਼ਾ ਵਿੱਚ ਰਾਜ਼ੀ। ਰਜ਼ਾ ਵਿੱਚ ਰਾਜ਼ੀ ਰਹਿਣਾ ਪ੍ਰੇਮੀ ਸੁਰਤ ਨੂੰ ਨਿਸ਼ਪ੍ਰੇਮ ਨਹੀਂ ਕਰ ਸਕਦਾ। ਪ੍ਰੇਮ ਤਾਂ ਆਤਮਾ ਦਾ ਰੂਪ ਹੋਇਆ। ਆਤਮਾ ਹੋਇਆ ਜੋ ਪਰਮਾਤਮਾ ਦੀ ਅੰਸ਼, ਤੇ ਪਰਮਾਤਮਾ ਹੋਇਆ ਪ੍ਰੇਮ ਸਰੂਪ। ਰਜ਼ਾ ਵਿੱਚ ਰਾਜ਼ੀ ਹਿਰਦੇ ਵਿੱਚ ਪ੍ਰੇਮ ਖਿੱਚਾਂ ਮਾਰਦਾ ਹੈ, ਅਚਲ ਹੋ ਖੜੋਂਦਾ ਹੈ। ਕਈ ਵੀਰ ਬੇਵੱਸੇ ਉੱਠ ਟੁਰਦੇ ਹਨ, ਟੁਰ ਕੇ ਮੁੜ ਪਰਤਦੇ ਤੇ ਬਹਿ ਜਾਂਦੇ, ਤੇ ਫਿਰ ਟੁਰ ਪੈਂਦੇ ਤੇ ਫਿਰ ਬੈਠ ਜਾਂਦੇ ਹਨ। ਵਿਚਾਰ ਸਾਰੀ ਫੁਰਦੀ ਹੈ, ਗਿਆਨ ਦਾ ਚਾਨਣਾ ਸਾਰਾ ਪਾਸ ਹੈ, ਪਰ ਦਰਸ਼ਨ ਬਿਨ ਰਹਿ ਨਹੀਂ ਹੁੰਦਾ। ਜਾਣੇ ਦੀ ਆਗਿਆ ਨਹੀਂ। ਸੋਚਦੇ ਹਨ ਕਿ ਅਰਦਾਸ ਕਰਾਂ ਕਿ ਆਪ ਆ ਜਾਣ। ਇਸ ਵਿੱਚ ਉਹਨਾਂ ਨੂੰ ਖੇਚਲ ਆਉਂਦੀ ਹੈ। ਆਪਣੇ ਸੁੱਖ ਲਈ ਪਿਆਰੇ ਨੂੰ ਖੇਚਲ ਦੇਣੀ ਬਣਦੀ ਨਹੀਂ। ਇਸ ਤਰ੍ਹਾਂ ਦੀ ਭਾਵ ਅਸਮੰਜਸ ਫੁਰਦੀ ਹੈ ਕਈ ਵੇਰ, ਪਰ ਖਿੱਚ ਖਿੱਚਦੀ ਹੈ, ਚਾਹੋ ਵਿਚਾਰ ਕੁਛ ਪਈ ਕੰਮ ਕਰੇ। ਸਹਿਜੇ ਸਹਿਜੇ ਸਰੀਰ ਤੇ ਅਸਰ ਹੋਇਆ, ਖਾਣ ਪਾਨ ਦੀ ਰੁਚੀ ਘਟੀ, ਮੇਲ ਜੋਲ ਵੱਲੋਂ ਪ੍ਰਵਿਰਤੀ ਹਟੀ, ਚਿਹਰੇ ਪਰ ਉਦਾਸੀਨਤਾ ਦੀ ਕੁਛ ਪਿਲਤਣ ਜਿਹੀ ਆ ਛਾਈ। ਆਪ ਦੀ ਇਸ ਦਿਲੀ ਖੈਂਚ ਦਾ ਪ੍ਰਭਾਵ ਗੁਰੂ ਜੀ ਤੇ ਪੈ ਰਿਹਾ ਸੀ। ਇੱਕ ਦਿਨ ਗੁਰੂ ਜੀ ਟੁਰ ਪਏ ਖਡੂਰ ਤੋਂ ਗੋਇੰਦਵਾਲ ਨੂੰ। ਇੱਧਰੋਂ ਉੱਠ ਟੁਰੇ ਘਰੋਂ ਸ੍ਰੀ ਅਮਰਦਾਸ ਜੀ। ਗੋਇੰਦਵਾਲ ਦੇ ਬੂਹੇ ਵਿੱਚ ਅਪੜੇ ਸਨ ਕਿ ਮਿੱਠੀ ਮਿੱਠੀ ਸੁਗੰਧਤ ਸਮੀਰ ਵਾਂਗੂ ਆ ਰਹੇ ਸ੍ਰੀ ਗੁਰੂ ਜੀ ਦੀ ਸੁਗੰਧੀ ਆ ਗਈ। ਆ ਗਏ ਦਾਤਾ ਜੀ। ਸ੍ਰੀ ਅਮਰਦਾਸ ਜੀ ਹੋਰ ਅੱਗੇ ਨਹੀਂ ਵਧੇ, ਉੱਥੇ ਹੀ ਦਰਸ਼ਨ ਹੋ ਗਏ। ਧਾ ਕੇ ਵਧੇ ਤੇ ਬੇਬਲ ਹੋ ਕੇ ਢਹਿ ਪਏ ਤੇ ਲਿਪਟ ਗਏ ਚਰਨਾਂ ਕਮਲਾਂ ਨੂੰ। ਗਿਆਨ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੈਰਾਗ ਸਰੂਪ ਸ੍ਰੀ ਅਮਰਦਾਸ ਜੀ ਨੂੰ ਪਕਰ ਪੁਝਾ ਗਰ ਸੰਗ ਲਗਾਇਵ, ਦੋਇ ਦਿਸ਼ ਪ੍ਰੇਮ ਅਦਕ ਉਮਗਾਇਵ, ਕਰ ਸੋਂ ਕਰ ਗਹਿ ਕਰ ਪੁਨ ਚਲੇ, ਗਿਆਨ ਵਿਰਾਗ ਮਨੋ ਦੋਇ ਮਿਲੇ। ਸੂਰਜ ਪ੍ਰਕਾਸ਼। ਫਿਰ ਪਿੰਡ ਵਿੱਚ ਵੜੇ, ਬਿਨਾਂ ਦੋਏ ਸਿੱਧੇ ਨਦੀ ਨੂੰ ਹੋਏ ਲਏ ਤੇ ਇੱਕ ਸੁੰਦਰ ਰੋੜੀ ਤੇ ਜਾ ਬੈਠੇ। ਬਚਨ ਹੋਇਆ, ਹੇ ਪੁਰਖਾ ਤੁਮ ਹੋ ਮਮ ਰੂਪ, ਭੇਦ ਨਾ ਜਾਣੋ ਤਨਕ ਅਨੂਪ, ਸਦ ਹੀ ਹਿਰਦੈ ਬਸਤ ਹੋ ਮੇਰੇ, ਤੁਝ ਸੋਂ ਪਿਆਰ ਸਦੀਵ ਵਡੇਰੇ, ਆਤਮ ਗਿਆਨ ਸਦੀਵ ਵਿਚਾਰੋ, ਨਾਨਾ ਭੇਦ ਹਿਰਦੈ ਨਿਵਾਰੋ। ਕੁਝ ਚਿਰ ਹੋਰ ਗਿਆਨ ਦਾ ਉਪਦੇਸ਼ ਦੇ ਕੇ ਫਿਰ ਟੁਰ ਪਏ ਗੁਰੂ ਜੀ ਖਡੂਰ ਨੂੰ।
ਇਹ ਗਿਆਨ ਦਾ ਉਪਦੇਸ਼ ਮਾਤ ਵਾਂਗ ਚਲੰਤ ਗਿਆਨ ਨਹੀਂ ਸੀ। ਦੋਏ ਗਿਆਨ ਸਰੂਪ ਹਨ, ਦੋਏ ਪ੍ਰੇਮ ਸਰੂਪ ਹਨ। ਪ੍ਰੇਮ ਦੁਵੱਲੀ ਖਿੱਚ ਕੇ ਮੇਲ ਵਿੱਚ ਲਿਆਇਆ ਤੇ ਮਿਲ ਕੇ ਜੋ ਗਿਆਨ ਗੋਸ਼ਟ ਹੋਈ ਉਹ ਗਿਆਨ ਪ੍ਰੇਮ ਸਰੂਪ ਹੁੰਦਾ ਹੈ। ਪ੍ਰੇਮ ਵਿਹੂਣੇ ਗਿਆਨ ਬਾਬਤ ਪੰਚਮ ਗੁਰੂ ਜੀ ਦਾ ਵਾਕ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਇਸ ਤਰ੍ਹਾਂ ਸ੍ਰੀ ਗੁਰੂ ਜੀ ਕਈ ਵੇਰ ਗੋਇੰਦਵਾਲ ਆ ਪਾਉਂਦੇ ਤੇ ਦਰਸ਼ਨ ਮੇਲੇ ਤੇ ਆਤਮ ਵਿਚਾਰ ਹੁੰਦੇ। ਇੱਕ ਵਾਰ ਇਸੇ ਤਰ੍ਹਾਂ ਗੋਇੰਦਵਾਲ ਤੋਂ ਖਡੂਰ ਨੂੰ ਜਾ ਰਹੇ ਸਨ ਕਿ ਸ੍ਰੀ ਅਮਰਦਾਸ ਜੀ ਦਾ ਖੱਬਾ ਹੱਥ ਇੱਕ ਦੋ ਵਾਰੀ ਹਿਲਦਾ ਜੁਲਦਾ, ਜੈਸੇ ਕਿ ਟੁਰਨ ਸਮੇਂ ਹੱਥ ਹਿਲਦੇ ਹਨ। ਸ੍ਰੀ ਗੁਰੂ ਜੀ ਤੋਂ ਅਗੇਰੇ ਹੋ ਜਾਂਦਾ ਰਿਹਾ। ਇਹ ਦੇਖ ਕੇ ਆਪ ਨੇ ਹੱਥ ਛਾਤੀ ਨਾਲ ਲਾ ਲਿਆ ਤੇ ਸੰਕਲਪ ਕੀਤਾ ਕਿ ਇਸ ਹੱਥ ਨੇ ਬੇਅਦਬੀ ਕੀਤੀ ਹੈ, ਇਹ ਸਦਾ ਛਾਤੀ ਨਾਲ ਲਾਈ ਰੱਖਣਾ ਹੈ, ਜੋ ਫਿਰ ਚੰਚਲ ਨਾ ਹੋਵੇ ਕਦੇ। ਮਹਿਮਾ ਪ੍ਰਕਾਸ਼ ਵਾਰਤਕ ਸਫਾ 43 ਵਿੱਚ ਲਿਖਿਆ ਹੈ ਕਿ ਸਦਾ ਇਸੇ ਤਰ੍ਹਾਂ ਕੀਤਾ। ਪਰ ਸੂਰਜ ਪ੍ਰਕਾਸ਼ ਦੱਸਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਇਹ ਗੱਲ ਲੱਖ ਗਏ ਤੇ ਸ੍ਰੀ ਅਮਰਦਾਸ ਜੀ ਦੀ ਪ੍ਰੇਮਾ ਭਗਤੀ ਤੇ ਅਦਬ ਤੇ ਪ੍ਰਸੰਨ ਹੋਏ ਤੇ ਹੱਥ ਛੁਡਾ ਦਿੱਤਾ। ਭਾਵ ਇਹ ਕਿ ਆਗਿਆ ਕੀਤੀ ਕਿ ਇਸ ਨੂੰ ਦੰਡ ਨਾ ਦਿਓ। ਯਥਾ ਸ੍ਰੀ ਅੰਗਦ ਅਵਲੋਕਨ ਪ੍ਰਸੰਨੇ ਕਰ ਸੋ ਛੁਡਾਇਓ ਕਹਿ ਤਨ ਤਨੇ। ਖਡੂਰ ਹੋ ਕੇ ਫਿਰ ਆਪ ਆਗਿਆ ਅਨੁਸਾਰ ਗੋਇੰਦਵਾਲ ਆ ਗਏ ਤੇ ਟਿਕੇ ਰਹੇ। ਪਰ ਪ੍ਰੇਮ ਨਿਰੰਤਰ ਹਿਰਦੇ ਪ੍ਰਵਾਹੂ, ਚਿਤਵੈ ਗੁਰ ਸਰੂਪ ਮਨ ਮਾਹੂ। ਮੁਖ ਤੇ ਬੋਲੇ ਤਉ ਗੁਰ ਨਾਮ, ਸੁਨੇ ਸਰੋਨ ਕੀਰਤਨ ਸੁਖ ਧਾਮੂ। ਅਪਰ ਨ ਦੇਖਿਓ ਸੁਨਿਓ ਨ ਪਾਵੈ, ਇੱਕ ਸਤਗੁਰ ਕੀ ਉਰਲੇ ਬੁਲਾਵੈ। ਜਬ ਸਿਮਰੈ ਤਬ ਦਰਸ਼ਨ ਕਰੈ, ਬ੍ਰਹਮ ਗਿਆਨ ਕੋ ਨਿਤ ਉਰ ਧਰੈ। ਇਉਂ ਟਿਕੇ ਰਹੇ ਆਪ ਗੋਇੰਦਵਾਲ। ਦਰਸ਼ਨ ਦੇਣ ਆ ਜਾਂਦੇ ਕਿਰਪਾਲ ਗੁਰੂ ਅੰਗਦ ਦੇਵ ਜੀ ਆਪ ਕਈ ਵਾਰ ਨਾਲ ਲੈ ਜਾਂਦੇ ਖਡੂਰ। ਕੁਛ ਚਿਰ ਪਾਸ ਰੱਖਦੇ ਤੇ ਫਿਰ ਭੇਜ ਦਿੰਦੇ ਗੋਇੰਦਵਾਲ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।